गुड मॉर्निंग पंजाबियों, मैं अर्शदीप कौर पंजाब ते देश दुनिया के तमाम खबरां लेके हाजिर हाँ। सब तो पहला रुख करते हैं कौमांतरी खबरां दा। जगमीत सिंह कैनेडा च चौथे नंबर ते रहे, पर फिर भी चर्चे उन्हां दे हो रहे ने क्योंकि सिंह बना सकता है किंग। जगमीत जस्टिन ट्रूडो नूं समर्थन देण दे लई तैयार है क्योंकि ट्रूडो भी बहुमत दा आंकड़ा छू नहीं पाए। इस नाल कुछ होर खबरां। ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਦੇ ਜੱਦੀ ਪਿੰਡਾਂ ਵਿੱਚ ਵੀ ਜਸ਼ਨ ਵਾਲਾ ਮਾਹੌਲ ਹੈ। ਉਹਨਾਂ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਲੇ ਇਸ ਵੇਲੇ ਖੂਬ ਖੁਸ਼ੀਆਂ ਮਨਾ ਰਹੇ ਨੇ। ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਪਿੰਡ ਠੀਕਰੀਵਾਲਾ ਜਗਮੀਤ ਦਾ ਜੱਦੀ ਪਿੰਡ ਹੈ। ਜਗਮੀਤ ਦੇ ਪੁਰਖੇ ਇਸੇ ਪਿੰਡ ਵਿੱਚ ਰਹਿੰਦੇ ਸਨ। ਪਿੰਡ ਵਾਸੀਆਂ ਵੱਲੋਂ ਜਗਮੀਤ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਵਿੱਚ ਥਾਂ-ਥਾਂ ਤੇ ਲੱਡੂ ਵੰਡੇ ਜਾ ਰਹੇ ਨੇ, ਪਟਾਕੇ ਚਲਾਏ ਜਾ ਰਹੇ ਨੇ ਅਤੇ ਢੋਲ ਧਮਾਕੇ ਨਾਲ ਨੱਚ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਹਰਜੀਤ ਸਿੰਘ ਸੱਜਣ ਦੇ ਮੁੜ ਕੈਨੇਡਾ ਵਿੱਚ ਜਿੱਤਣ ਉਤੇ ਹੁਸ਼ਿਆਰਪੁਰ ਦਾ ਪਿੰਡ ਬੰਬੇਲੀ ਵੀ ਬਹੁਤ ਖੁਸ਼ ਹੈ। ਬੰਬੇਲੀ ਪਿੰਡ ਵਿੱਚ ਹਰਜੀਤ ਸਿੰਘ ਸੱਜਣ ਪੈਦਾ ਹੋਏ ਤੇ ਕੁਝ ਸਾਲ ਪੜ੍ਹੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਵਾਈਟ ਹਾਊਸ ਵਿੱਚ ਦੀਵਾਲੀ ਦਾ ਜਸ਼ਨ ਮਨਾਉਣਗੇ। ਇਹ ਪ੍ਰੋਗਰਾਮ ਭਾਰਤ ਵਿੱਚ ਦੀਵਾਲੀ ਮਨਾਏ ਜਾਣ ਤੋਂ 3 ਦਿਨ ਪਹਿਲਾਂ ਹੋਵੇਗਾ। ਵਾਈਟ ਹਾਊਸ ਵਿੱਚ ਟਰੰਪ ਤੀਜੀ ਵਾਰ ਦੀਵਾਲੀ ਦਾ ਜਸ਼ਨ ਮਨਾਉਣਗੇ। ਇਸ ਰਵਾਇਤ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਲ 2009 ਵਿੱਚ ਕੀਤੀ ਸੀ। ਵਾਈਟ ਹਾਊਸ ਮੁਤਾਬਕ ਟਰੰਪ ਦੀਵਾ ਬਾਲਣ ਦੀ ਰਸਮ ਨਾਲ ਵੀਰਵਾਰ ਨੂੰ ਦੀਵਾਲੀ ਮਨਾਉਣਗੇ। ਸਾਲ 2017 ਦੌਰਾਨ ਟਰੰਪ ਨੇ ਵਾਈਟ ਹਾਊਸ ਵਿੱਚ ਆਪਣੇ ਓਵਲ ਦਫ਼ਤਰ ਵਿੱਚ ਪਹਿਲੀ ਵਾਰ ਦੀਵਾਲੀ ਮਨਾਈ ਸੀ। ਇਸ ਦੌਰਾਨ ਉਹਨਾਂ ਦੇ ਪ੍ਰਸ਼ਾਸਨ ਦੇ ਮੈਂਬਰ ਤੇ ਭਾਰਤੀ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦਾ ਇੱਕ ਵਿਸ਼ੇਸ਼ ਸਮੂਹ ਵੀ ਮੌਜੂਦ ਸੀ। ਟਰੰਪ ਨੇ ਅਮਰੀਕਾ ਲਈ ਭਾਰਤ ਦੇ ਤਤਕਾਲੀਨ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਦੀਵਾਲੀ ਦੇ ਪ੍ਰੋਗਰਾਮ ਲਈ ਸੱਦਾ ਦਿੱਤਾ ਸੀ। एक ब्रेक ਲਈ रुक दिया, ब्रेक तो बाद रुक करांगे पंजाब दी खबरां दा। कैप्टन सरकार ते एसजीपीसी विचकार मुख स्टेज ਨੂੰ ਲੈ ਕੇ ਰੌਲਾ ਅਜੇ ਵੀ ਖਤਮ नहीं ਹੋਇਆ। ਹੁਣ कैप्टन सरकार ने साफ कर दिता है कि 1 ਤੋਂ 12 नवंबर तक प्रोग्राम ਵੱਖਰੀ ਸਟੇਜ ਤੇ ਕਰਵਾਏ ਜਾਣਗੇ। ਉਧਰ ਅਕਾਲੀ ਦਲ ਕੈਪਟਨ ਸਰਕਾਰ ਨੂੰ ਕੁਝ ਸਲਾਹ ਦੇ ਰਿਹਾ ਹੈ। ਇਸ ਦੇ ਨਾਲ ਕੁਝ ਹੋਰ ਪੰਜਾਬ ਦੀਆਂ ਖਬਰਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਹੋਣ ਵਾਲੇ ਮੁੱਖ ਸਮਾਗਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ 12 ਤਰੀਕ ਨੂੰ ਵੱਖਰਾ ਪ੍ਰੋਗਰਾਮ ਨਾ ਕਰਨ ਦੀ ਅਪੀਲ ਕੀਤੀ ਹੈ। ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਸ਼ਲਾਘਾਯੋਗ ਦੱਸਿਆ। ਉਹਨਾਂ ਕਿਹਾ ਕਿ ਸਰਕਾਰ ਤੇ ਵੱਖਰੇ ਪ੍ਰੋਗਰਾਮ ਦਾ ਮਤਲਬ ਜਥੇਦਾਰ ਦੇ ਆਦੇਸ਼ ਦੀ ਉਲੰਘਣਾ ਹੋਵੇਗੀ। ਅਕਾਲੀ ਦਲ ਦਾ ਕਹਿਣਾ ਹੈ ਕਿ ਐਸਜੀਪੀਸੀ ਦੀ ਸਟੇਜ ਸਭ ਦੀ ਸਾਂਝੀ ਸਟੇਜ ਹੈ। ਜਿਹੜਾ ਉਹਨਾਂ ਨੇ ਫੈਸਲਾ ਕੀਤਾ ਬੜੀ ਦੂਰਅੰਦੇਸ਼ੀ ਦੇ ਨਾਲ ਔਰ ਸਿੱਖ ਸਿਧਾਂਤਾਂ ਨੂੰ ਜੋ ਸਾਡੀ ਮਰਿਆਦਾ ਉਹਨੂੰ ਮੁੱਖ ਰੱਖ ਕੀਤਾ। ਇਸ ਲਈ ਜੇ ਸਰਕਾਰ ਹੁਣ ਵੀ 12 ਤਰੀਕ ਨੂੰ ਵੱਖਰਾ ਫੰਕਸ਼ਨ ਕਰਦੀ ਤੇ ਫਿਰ ਕਲੀਅਰ ਕੱਟ ਹੈ ਕਿ ਸਰਕਾਰ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਭੱਜ ਰਹੀ, ਜਿਹੜਾ ਕਿ ਮੈਂ ਸਮਝਦਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਉੱਚਾ। ਆਪ ਜਦੋਂ ਤੁਸੀਂ ਸਰਕਾਰ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਫੈਸਲਾ ਕਰੋ ਤੇ ਜਦੋਂ ਹੁਣ ਉਹਨਾਂ ਨੇ 11 ਤਰੀਕ ਤੱਕ ਸਾਰਿਆਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਜਿਹੜਾ ਵੀ ਆਪਣੀ ਸਟੇਜ ਲਾ ਕੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਪ੍ਰਚਾਰ ਕਰਨਾ ਚਾਹੁੰਦਾ ਕਰੋ, ਔਰ 12 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਇਕੱਠੇ ਹੋਵੋ, ਤੇ ਮੈਂ ਸਮਝਦਾ ਕਿ ਉਹਨਾਂ ਦਾ ਫੈਸਲਾ ਬਹੁਤ ਹੀ ਅੱਛਾ ਫੈਸਲਾ ਸੀ। ਇਸ ਕਰਕੇ ਮੈਨੂੰ ਨਹੀਂ ਸਮਝ ਆਉਂਦੀ ਕਿ ਹੁਣ 12 ਤਰੀਕ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਵੱਖਰਾ ਪ੍ਰੋਗਰਾਮ ਰੱਖ ਰਹੀ ਹੈ। ਮੇਰੇ ਖਿਆਲ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਕਰਨਗੇ ਤਾਂ ਬੜੀ ਮੰਦਭਾਗੀ ਗੱਲ ਹੈ। ਇੱਕ ਸਾਂਝੀਵਾਲਤਾ ਦਾ ਇੱਕ ਮੋਟਰ ਦਾ ਪ੍ਰਗਟਾਵਾ ਸਾਨੂੰ 12 ਤਰੀਕ ਤੇ ਸਾਰਿਆਂ ਨੂੰ ਕਰਨਾ ਚਾਹੀਦਾ। ਕਰਤਾਰਪੁਰ ਕੋਰੀਡੋਰ ਦੇ ਇੰਟੀਗ੍ਰੇਟਿਡ ਚੈੱਕ ਪੋਸਟ ਤੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਪਹੁੰਚੇ। ਇਸ ਮੌਕੇ ਉਹਨਾਂ ਨਾਲ ਵੱਖ-ਵੱਖ ਵਿਭਾਗਾਂ ਦੇ ਆਲਾ ਅਧਿਕਾਰੀ ਵੀ ਸ਼ਾਮਲ ਰਹੇ। ਜਾਇਜ਼ਾ ਲੈਣ ਤੋਂ ਬਾਅਦ ਉਹਨਾਂ ਨੇ ਅਧਿਕਾਰੀਆਂ ਦੇ ਨਾਲ ਰਿਵਿਊ ਮੀਟਿੰਗ ਵੀ ਕੀਤੀ। ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬਰਨਾਲਾ ਦੇ ਪਿੰਡ ਕਲਾਲਾ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਜਤਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵਾਅਦੇ ਖੋਖਲੇ ਨੇ ਤੇ ਸਰਕਾਰ ਕਿਸਾਨਾਂ ਨੂੰ ਪੰਜਾਬ ਵਿੱਚੋਂ ਖਤਮ ਕਰਨਾ ਚਾਹੁੰਦੀ ਹੈ। ਨਾਲ ਹੀ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਵਾਰ ਪਰਾਲੀ ਨੂੰ ਅੱਗ ਲਗਾਉਣਗੇ ਕਿਉਂਕਿ ਉਹਨਾਂ ਕੋਲ ਦੂਜਾ ਕੋਈ ਵਿਕਲਪ ਨਹੀਂ ਹੈ। ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਉਹ ਆਪਣੇ ਖੇਤਾਂ ਵਿੱਚ ਬੰਦੀ ਬਣਾ ਲੈਣਗੇ।
ਤੇ ਸਾਡਾ 8-7 ਹਜ਼ਾਰ ਦਾ ਖਰਚਾ ਹੈਗਾ। ਇੱਕ ਗਰੀਬ ਕਿਸਾਨ ਹੈਗਾ, ਉਹ 8-7 ਹਜ਼ਾਰ ਰੁਪਇਆ ਕਿੱਥੋਂ ਲਿਆਊਗਾ? ਜਿਵੇਂ ਕਿ ਝੋਨੇ ਦਾ ਝਾੜ ਐਕਤੀ ਅੱਗੇ 100 ਗੱਟੇ ਦਾ ਹੁੰਦਾ, ਐਕਤੀ 70 ਗੱਟੇ ਦਾ ਹੀ ਰਹਿ ਗਿਆ। ਇੱਕ ਕਿੱਲੇ ਮਗਰ 30 ਗੱਟੇ ਉੱਡ ਗਏ। ਕਿਸਾਨ ਦਾ ਕਿੰਨਾ ਨੁਕਸਾਨ ਹੋ ਗਿਆ। ਸਰਕਾਰ ਜਿਵੇਂ ਇਹ ਕਹਿੰਦੇ ਸੀਗੇ ਵੀ ਸਬਸਿਡੀ ਦੇ ਅਸੀਂ ਸੰਦ ਦੇਵਾਂਗੇ, ਕਿਸੇ ਨੇ ਕੋਈ ਸਬਸਿਡੀ ਦੇ ਕੋਈ ਸੰਦ ਨਹੀਂ ਦਿੱਤਾ। ਵੀ ਇਹ ਇੱਕ ਮਜਬੂਰੀ ਹੈਗੀ। ਅਗਰ ਜਿਵੇਂ 2 ਕਿੱਲਿਆਂ ਵਾਲਿਆਂ ਨੂੰ ਮੁਫਤ ਕਹਿੰਦੇ ਸੀ, 5 ਕਿੱਲਿਆਂ ਵਾਲਿਆਂ ਨੂੰ 3000 ਰੁਪਇਆ ਦੇਵਾਂਗੇ, ਜਾਂ ਇਹ ਕਿਸਾਨਾਂ ਨੂੰ ਪੈਸੇ ਦੇਣ, ਜਾਂ ਜਿਵੇਂ ਸੁਸਾਇਟੀਆਂ ਨੇਗੀਆਂ ਉਹਦੇ 'ਚ ਇਹ ਸੰਦ ਦੇਣ ਸਬਸਿਡੀ ਤੇ, ਫਿਰ ਉੱਥੋਂ ਕਿਸਾਨ ਵੀਰ ਆਪਦਾ ਵਾਹ ਭਾਈ ਆ ਉਹਨਾਂ ਨਾਲ ਕਰਨ, ਅੱਗ ਲਾਉਣ ਦੀ ਕੋਈ ਲੋੜ ਹੀ ਨਾ ਪਵੇ। ਇਹ ਕੋਈ ਕਿਸਾਨਾਂ ਦਾ ਸ਼ੌਕ ਨਹੀਂ ਹੈਗਾ, ਮਜਬੂਰੀ ਹੈ। ਜਦ ਬੀਜ ਭਾਈ ਕਰਦੇ ਆ, ਜਿਹੜੀ ਆਹ ਉੱਪਰ ਕਮੈਨ ਵੱਢਦੀ ਆ ਤੇ ਉਹ ਸੂਸਰ ਜਿਹਾ ਰਹਿ ਜਾਂਦਾ ਹੈਗਾ। ਜੇ ਉਹਨੂੰ ਨਹੀਂ ਬਚਾਉਂਦੇ ਤਾਂ ਉਹ ਵਿੱਚ ਉਲਝ ਕੇ ਬਿਜਾਈ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਬੀਜ ਇਕੱਠਾ ਹੋ ਜਾਂਦਾ, ਕਣਕ ਬੀਜੀ ਨਹੀਂ ਜਾਣੀ। ਤੇ ਜਦ ਉਹ ਬੀਜੀ ਨਹੀਂ ਜਾਣੀ ਫਿਰ ਕਿਸਾਨ ਦੀ ਮਜਬੂਰੀ ਬਣ ਗਈ। ਪੈਸੇ ਕਮਾਉਣ ਦੀ ਚਾਹ 'ਚ ਲੱਖਾਂ ਰੁਪਏ ਖਰਚ ਕਰਕੇ ਗਲਤ ਤਰੀਕੇ ਨਾਲ ਅਮਰੀਕਾ ਲਈ ਰਵਾਨਾ ਹੋਇਆ ਸੰਗਰੂਰ ਦਾ ਦੀਪ ਦਾ ਪਰਿਵਾਰ ਹੁਣ ਚਿੰਤਾ ਵਿੱਚ ਹੈ ਕਿ ਆਖਰ ਉਹਨਾਂ ਪੈਸਿਆਂ ਦਾ ਕੀ ਹੋਵੇਗਾ ਜੋ ਉਹਨਾਂ ਨੇ ਅਮਰੀਕਾ ਜਾਣ ਲਈ ਏਜੰਟਾਂ ਨੂੰ ਲੱਖਾਂ ਰੁਪਏ ਦਿੱਤੇ ਸੀ ਤੇ ਹੁਣ ਉਹਨਾਂ ਦੇ ਸਿਰ ਤੇ ਲੱਖਾਂ ਰੁਪਏ ਦਾ ਕਰਜ਼ਾ ਹੈ। ਸੰਗਰੂਰ ਦਾ ਦੀਪ ਉਹਨਾਂ 311 ਭਾਰਤੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਮੈਕਸੀਕੋ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਹੈ। ਆਪਣੇ ਨਾਲ ਹੋਈ ਪੂਰੀ ਘਟਨਾ ਬਾਰੇ ਦੱਸਦੇ ਹੋਏ ਦੀਪ ਦਾ ਕਹਿਣਾ ਹੈ ਕਿ ਉਸਨੇ ਪਨਾਮਾ ਦੇ ਜੰਗਲਾਂ ਵਿੱਚ ਆਪਣੇ ਅੱਖਾਂ ਦੇ ਸਾਹਮਣੇ ਕਈ ਵਿਅਕਤੀਆਂ ਨੂੰ ਦਮ ਤੋੜਦੇ ਹੋਏ ਵੇਖਿਆ। ਦੀਪ ਨੇ ਦੱਸਿਆ ਕਿ ਇਕਵਾਡੋਰ ਦੇ ਰਸਤੇ ਉਹਨਾਂ ਨੂੰ ਮੈਕਸੀਕੋ ਪਹੁੰਚਾਇਆ ਗਿਆ, ਜਿੱਥੇ ਉਸ ਤੋਂ ਬਾਅਦ ਅਮਰੀਕਾ ਜਾਣਾ ਸੀ, ਪਰ ਮੈਕਸੀਕੋ ਦੇ ਸ਼ਰਨਾਰਥੀ ਕੈਂਪ ਵਿੱਚ ਉਹਨਾਂ ਨੂੰ ਫੜ ਲਿਆ ਗਿਆ। ਪੀੜਤ ਦੀਪ ਨੇ ਆਪਣੀ ਇਸ ਹਾਲਤ ਦਾ ਜ਼ਿੰਮੇਵਾਰ ਸਰਕਾਰ ਨੂੰ ਦੱਸਿਆ ਤੇ ਉਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਅੰਮ੍ਰਿਤਸਰ ਸ਼ਹਿਰ ਦੇ ਥਾਣਾ ਸੀ ਡਿਵੀਜ਼ਨ ਅਧੀਨ ਪੈਂਦੇ ਭੀੜਪਾੜ ਵਾਲੇ ਇਲਾਕੇ ਵਿੱਚ ਕਰੋੜੀਮਲ ਚੌਂਕ ਦੇ ਕੋਲ ਅੱਜ ਦੁਪਹਿਰ ਇੱਕ ਘਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਘਰ ਨੂੰ ਨੁਕਸਾਨ ਪੁੱਜਾ, ਪਰ ਇਸ ਮਾਮਲੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਜਾਣਕਾਰੀ ਮੁਤਾਬਕ ਇਸ ਘਰ ਦਾ ਮਕਾਨ ਮਾਲਕ ਅਤੇ ਕਿਰਾਏਦਾਰ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਘਰ ਨੂੰ ਅੱਗ ਲਗਾਉਣ ਦੇ ਦੋਸ਼ ਲਗਾਏ ਜਾ ਰਹੇ ਨੇ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਕਾਬੂ ਕਰ ਲਿਆ। ਫਿਰ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੇਖਾਂਗੇ ਦੇਸ਼ ਦੇ ਵਿੱਚ ਹੋਰ ਕੀ ਕੁਝ ਚੱਲ ਰਿਹਾ ਹੈ। ਬ੍ਰੇਕ ਤੋਂ ਬਾਅਦ इंडियन क्रिकेट टीम के साबका कप्तान सौरव गांगुली हुण BCCI के बॉस बन गए ने। नवी जिम्मेवारी संभालण तो बाद उन्होंने की कुछ किया ते देश दे विच होर की कुछ चल रहा है, देखते हैं। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਸੌਰਵ ਗਾਂਗੁਲੀ ਸਾਲਾਨਾ ਆਮ ਬੈਠਕ ਤੋਂ ਬਾਅਦ BCCI ਦੇ 39ਵੇਂ ਪ੍ਰਧਾਨ ਚੁਣੇ ਗਏ ਨੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ COA ਦੇ 33 ਮਹੀਨੇ ਦਾ ਕਾਰਜਕਾਲ ਖਤਮ ਹੋ ਗਿਆ। ਗਾਂਗੁਲੀ ਦੀ BCCI ਦੇ ਪ੍ਰਧਾਨ ਅਹੁਦੇ ਲਈ ਚੋਣ ਸਰਬਸੰਮਤੀ ਨਾਲ ਹੋਈ ਸੀ। ਇਸ ਤੋਂ ਇਲਾਵਾ ਬੋਰਡ ਦੇ ਹੋਰ ਮੈਂਬਰ ਵੀ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਇਹਨਾਂ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਸਕੱਤਰ, ਉੱਤਰਾਖੰਡ ਦੇ ਮੈਮ ਵਰਮਾ ਉਪ ਪ੍ਰਧਾਨ, BCCI ਦੇ ਸਾਬਕਾ ਪ੍ਰਧਾਨ ਦੇ ਛੋਟੇ ਭਰਾ ਅਰੁਣ ਧੂਮਲ ਖਜ਼ਾਨਚੀ ਅਤੇ ਜੈਸ਼ ਜਾਰਜ ਸਾਂਝੇ ਸਕੱਤਰ ਹੋਣਗੇ। ਗਾਂਗੁਲੀ ਸਿਰਫ 10 ਮਹੀਨੇ ਹੀ ਬੋਰਡ ਦੇ ਪ੍ਰਧਾਨ ਰਹਿਣਗੇ ਅਤੇ ਅਗਲੇ ਸਾਲ ਜੁਲਾਈ ਵਿੱਚ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਵੇਗਾ। ਨਵੇਂ ਨਿਯਮਾਂ ਮੁਤਾਬਕ ਕੋਈ ਵੀ ਮੈਂਬਰ ਲਗਾਤਾਰ 6 ਸਾਲ ਤੱਕ ਹੀ ਬੋਰਡ ਦੇ ਕਿਸੇ ਅਹੁਦੇ ਤੇ ਰਹਿ ਸਕਦਾ ਹੈ। ਗਾਂਗੁਲੀ 5 ਸਾਲ 2 ਮਹੀਨਿਆਂ ਤੋਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ, ਇਸ ਲਈ ਉਸਦਾ BCCI ਪ੍ਰਧਾਨ ਦੇ ਤੌਰ ਤੇ ਕਾਰਜਕਾਲ ਸਿਰਫ 10 ਮਹੀਨੇ ਰਹੇਗਾ। Find myself very fortunate to be in a position where I can make a change, and then it's a challenge. I'll do it the way I know. I'll do it the way which I feel is best for BCCI, with no compromise on credibility, corruption free, and same for all BCCI. That's the way I led India. And that's the way I will take forward this organization with whatever time I have. It's a very young group with Jay as Joint Secretary, Arun as Treasurer, Jayesh as the Joint Secretary, and Jay Shah the Secretary. So it's a very young team. So we will have to do a lot of hard work to understand every matter. We don't know what's happened in the last 3 years because we were not a part of it. There were no AGMs, there were no working committee meetings, there were no committee meetings. So we have no idea how it has happened last year. So we'll take note of everything and then do what is best for the BCCI and Indian cricket.
we all must understand that we are here to work for Indian cricket, because that's what it is the job of BCCI. The game on the field, international cricket, domestic cricket, IPL cricket, and we will do that to the best of our abilities. Obviously, once the elections are done, once the nominations are settled, it becomes a lot easier. So it's the first day I sat on a chair where some stalwarts have sat, and it was the same thing when I was captain. When I was given the captain's India blazer, there were some great names who led the country during that period before me, and it's the same thing here. So I have a role to do, and I will do to the best of my ability. ਜੰਮੂ ਕਸ਼ਮੀਰ ਦੇ ਤਰਾਲ ਵਿੱਚ ਅੱਤਵਾਦੀ ਜ਼ਾਕਿਰ ਮੂਸਾ ਦੇ ਗਰੁੱਪ ਦਾ ਖਾਤਮਾ ਹੋ ਗਿਆ। ਡੀਜੀਪੀ ਦਿਲਬਾਗ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਾਲ ਵਿੱਚ ਮਾਰੇ ਗਏ ਤਿੰਨੇ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਅੱਤਵਾਦੀਆਂ ਵਿੱਚੋਂ AK-47 ਸਹਿਤ ਕਈ ਹਥਿਆਰ ਬਰਾਮਦ ਹੋਏ ਨੇ। ਡੀਜੀਪੀ ਨੇ ਕਿਹਾ ਕਿ ਇਸ ਗਰੁੱਪ ਦੇ ਖਾਤਮੇ ਤੋਂ ਬਾਅਦ ਇਲਾਕੇ ਵਿੱਚ ਅੱਤਵਾਦ ਖਤਮ ਹੋ ਗਿਆ। ਡੀਜੀਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਕੱਲ੍ਹ ਸੁਰੱਖਿਆ ਬਲਾਂ ਦੇ ਨਾਲ ਐਨਕਾਊਂਟਰ ਵਿੱਚ ਮਾਰੇ ਗਏ ਤਿੰਨੇ ਅੱਤਵਾਦੀ ਸੰਗਠਨ ਅਨਸਾਰ ਗਜ਼ਾਵਤੁਲ ਹਿੰਦ ਦੇ ਸੀ। ਐਨਕਾਊਂਟਰ ਵਿੱਚ ਨਵੀਦ ਜੁਨੈਦ ਅਤੇ ਹਾਮਿਦ ਲਲਹਾਰੀ ਨਾਮ ਦੇ ਅੱਤਵਾਦੀ ਮਾਰੇ ਗਏ ਨੇ। ਉਹਨਾਂ ਦੱਸਿਆ ਕਿ ਅੱਤਵਾਦੀ ਸੰਗਠਨ ਅਨਸਾਰ ਗਜ਼ਾਵਤੁਲ ਹਿੰਦ ਜੈਸ਼-ਏ ਮੁਹੰਮਦ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਮੁੱਠਭੇੜ ਵਿੱਚ ਮਾਰੇ ਗਏ ਹਾਮਿਦ ਲਲਹਾਰੀ ਸਾਲ 2016 ਤੋਂ ਸਰਗਰਮ ਸੀ। ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਉਸਨੇ ਸੰਗਠਨ ਦੀ ਕਮਾਨ ਸੰਭਾਲੀ ਸੀ। ਦੱਸਦੇ ਕਿ ਕੱਲ੍ਹ ਤਰਾਲ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਸੁਰੱਖਿਆ ਬਲਾਂ ਨੂੰ ਬਿਜਬਿਹਰਾ ਇਲਾਕੇ ਦੇ ਪੱਜਲਪੋਰਾ ਪਿੰਡ ਵਿੱਚ ਅੱਤਵਾਦੀਆਂ ਦੇ ਛਿਪੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਵਿੱਚ ਘੇਰਾਬੰਦੀ ਕਰ ਦਿੱਤੀ। ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ। बहुत अनफॉर्चुनेट वाकई एक दो जगह पे पेश आए। मिलिटेंट्स ने पुलवामा और शोपियां में कुछ बेगुनाह लोगों को कत्ल किया। वहां पर बाहर से आके काम करने वाले एक मजदूर को मारा गया। उसके बाद जो जहां का सेब खरीदने के लिए बाहर से व्यापारी आता है, उनमें से दो लोगों को गोली मारी गई, जिसमें एक की मौके पर ही मौत हो गई, चरणजीत सिंह, और दूसरे संजीव अभी भी SMHS हॉस्पिटल में जेर इलाज हैं। लोगों ने बहुत सीरियसली इस इशू को लिया और इसकी मजम्मत बहुत लेवल पे हुई और मिलिटेंट्स को काफ़ी जगह पर दरकारा गया इस बात के ऊपर। और उसके बाद हम लोगों ने भी सिक्योरिटी का कुछ रिव्यू उस एरिया का लिया और सिक्योरिटी के और इंतजामात जो करने की ज़रूरत थी वो की गई। इसके साथ साथ जो मिलिटेंट एक्टिव हैं, जो लोगों की रोज़ की जो ज़िंदगी है उसमें दखल देते हैं, और दखल इस हद तक देते हैं कि लोगों को कारोबार करने से रोकने के लिए अगर उनको मारना पड़े तो उससे भी गुरेज नहीं करते हैं, जैसा हमने देखा। इसी के चलते जो मिलिटेंसी के खिलाफ कार्रवाइयाँ जो थोड़ी रुकी थी बीच में, क्योंकि लॉ एंड ऑर्डर की तरफ तवज्जो हम लोगों की सबकी थी, उसमें अब तेज़ी आई है। और इस तेज़ी आने के बाद एक ऑपरेशन पहले जो अनंतनाग में हुआ जिसमें 3 मिलिटेंट मारे गए थे, उसके बाद कल का ऑपरेशन जो तराल में हुआ, राजपुरा गांव में तराल में, जिसमें 3 मिलिटेंट मारे गए। शुरू में इतला थी कि एक लोकल तो पहचान लिया था, दूसरे 2 पाकिस्तानी या फॉरेन टेररिस्ट होने की इतला थी, मगर देर रात को बाकी 2 की भी पहचान हो गई। ये 3 के 3 लोकल मिलिटेंट हैं और 3 के 3 ही अंसार गजवतुल हिंद के साथ वाबस्ता हैं। आपको याद होगा जब जाकिर मूसा मारा गया था, उसके बाद इस ग्रुप की कमांड जो है वो हमीद ललिहारी को दी गई थी। हमीद ललिहारी तब से लेकर के इस ग्रुप को चला रहा था और काफ़ी लोगों को उसने मोटिवेट किया, जबकि उस वक़्त ये ग्रुप ख़त्म ही हो गया था। उसके बाद इसने मोटिवेट करके 2 और लोग हैं जिनको मिलिटेंट्स की सफ़ों में शामिल किया, ख़ासतौर पे अपने ग्रुप के अंदर शामिल किया, जिसमें नवीद और जुनेद शामिल हैं। ये तीनों के तीनों मिलिटेंट अवंतीपुरा पुलवामा बेल्ट के रहने वाले हैं और तीनों के तीनों जैश के साथ आजकल कोऑर्डिनेशन में काम कर रहे थे, क्योंकि जैश-ए मोहम्मद धीरे धीरे लश्कर के साथ, हिजब के साथ, इस सब के साथ अपना राब्ता जोड़ रही है। और उनकी ये कोशिश है कि जितनी अफरा तफरी, जितनी कत्ल गारत, जितनी वायलेंस जहाँ पर बढ़ाई जा सके, पाकिस्तान की एजेंसियों के इशारे पर उसको बढ़ावा दें।
ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਾਮ ਰਹੀਮ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੂੰ ਜੇਲ੍ਹ ਵਿੱਚ ਦੂਜੇ ਕੈਦੀ ਪ੍ਰਤਾੜਿਤ ਕਰ ਰਹੇ ਨੇ। ਜੇਲ੍ਹ ਵਿੱਚ ਉਹਨਾਂ ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਪਟੀਸ਼ਨਕਰਤਾ ਨੇ ਇਸ ਤੇ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ 20 ਸਾਲ ਅਤੇ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ। ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ਵਿੱਚ ਕਿਹਾ ਕਿ ਰਾਮ ਰਹੀਮ ਤੇ ਜੇਲ੍ਹ ਵਿੱਚ 3 ਹਮਲੇ ਹੋ ਚੁੱਕੇ ਨੇ। ਸਮਰਥਕਾਂ ਨੂੰ ਜੇਲ੍ਹ ਵਿੱਚ ਨਹੀਂ ਮਿਲਣ ਦਿੱਤਾ ਜਾ ਰਿਹਾ ਅਤੇ ਨਾ ਹੀ ਆਰਟੀਆਈ ਦੇ ਜ਼ਰੀਏ ਕੋਈ ਸੂਚਨਾ ਦਿੱਤੀ ਜਾ ਰਹੀ ਹੈ। ਉਹਨਾਂ ਨੇ ਪਟੀਸ਼ਨ ਵਿੱਚ ਰਾਮ ਰਹੀਮ ਨੂੰ ਕੋਰਟ ਵਿੱਚ ਪੇਸ਼ ਹੋਣ ਅਤੇ ਉਹਨਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਰਾਮ ਰਹੀਮ ਅਤੇ ਉਸ ਦੀ ਪਤਨੀ ਪੈਰੋਲ ਦੀ ਅਰਜ਼ੀ ਲਗਾ ਚੁੱਕੇ ਨੇ, ਪਰ ਅਦਾਲਤ ਨੇ ਉਹਨਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਪਰਾਲੀ ਜਲਾਉਣ ਦਾ ਮੁੱਦਾ ਵੱਡਾ ਰੂਪ ਲੈਣ ਲੱਗ ਗਿਆ। ਇੱਕ ਪਾਸੇ ਖੇਤਾਂ ਵਿੱਚੋਂ ਪਰਾਲੀ ਕੱਢਣ ਲਈ ਕਿਸਾਨਾਂ ਨੇ ਇਸ ਕਤਰੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਦੂਜੇ ਪਾਸੇ ਕੁਝ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਜਲਾਈ ਜਾ ਰਹੀ ਹੈ, ਜਿਸ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਪਰਾਲੀ ਜਲਾਉਣ ਵਾਲੇ ਕਿਸਾਨਾਂ ਦਾ ਤਰਕ ਹੈ ਕਿ ਸਰਕਾਰ ਨੇ ਹੁਣ ਤੱਕ ਉਹਨਾਂ ਨੂੰ ਪਰਾਲੀ ਜਲਾਉਣ ਲਈ ਕੋਈ ਠੋਸ ਆਸ਼ਵਾਸਨ ਨਹੀਂ ਦਿੱਤਾ, ਨਾ ਹੀ ਉਹਨਾਂ ਦੀ ਪਰਾਲੀ ਖਰੀਦੀ ਜਾ ਰਹੀ ਹੈ ਤੇ ਨਾ ਹੀ ਪਰਾਲੀ ਪ੍ਰਬੰਧਨ ਲਈ ਕੋਈ ਆਸ਼ਵਾਸਨ ਦਿੱਤਾ ਗਿਆ। ਉੱਥੇ ਹੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਾਲੀ ਨੂੰ ਜਲਾਉਣ ਤੋਂ ਬਚਾਉਣ ਲਈ ਮਸ਼ੀਨ ਉਪਲਬਧ ਕਰਾਈ ਜਾਵੇ ਤਾਂ ਜੋ ਆਪਣੀ ਪਰਾਲੀ ਕੱਟ ਸਕਣ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਉਹਨਾਂ ਨੂੰ ਮਸ਼ੀਨਾਂ ਉਪਲਬਧ ਨਹੀਂ ਕਰਵਾਈ ਗਈ ਤਾਂ ਉਹਨਾਂ ਨੂੰ ਮਜਬੂਰਨ ਪਰਾਲੀ ਜਲਾਣੀ ਪਵੇਗੀ। ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੇ तमाम ਖਬਰਾਂ ਲਈ ਦੇਖਦੇ ਰਹੋ ABP ਸਾਂਝਾ।